ਗੁਰਮੁਖ ਪਿਆਰੇ ਨੇ ਇਹ ਪੰਗਤੀਆਂ ਭਾਵਨਾ ਦੇ ਨਾਲ ਲਿਖੀਆਂ ਹੋਈਆਂ ਹਨ। ਜਿਵੇਂ ਹੁਣੇ ਹੁਣੇ ਹੀ ਕੋਈ ਕਲੀ ਖਿੜ ਰਹੀ ਹੋਵੇ ਤੇ ਸੁੰਦਰ ਲੱਗਦੀ ਹੈ। ਜਿਹੜੇ ਗਰੁੱਪ ਤੋਂ ਬਾਹਰ ਸੁਣਨ ਵਾਲੇ ਹਨ ਉਹਨਾਂ ਲਈ ਮੈਂ ਪੜ੍ਹ ਦਿੰਦਾ ਹਾਂ। ਪੰਜੇ ਵਿਕਾਰਾਂ ਦਾ ਇੱਕੋ ਹੀ ਕੰਮ ਕਰਦੇ ਸੁਰਤ ਨੂੰ ਹਲਾਲ ਜੀ। ਸਾਰੀ ਦੁਨੀਆ ਠੱਗੀ ਇਹਨਾਂ ਨੇ ਆਪਣੀ ਮਾਇਆ ਦੇ ਨਾਲ ਜੀ। ਕੋਈ ਵਿਰਲਾ ਹੀ ਹੈ ਬਚਦਾ ਜੋ ਕਰਦਾ ਹੈ ਆਪਣੀ ਸੰਭਾਲ ਜੀ। ਇੱਕ ਐਸਾ ਯੋਧਾ ਮੈਂ ਵੇਖਿਆ ਜਿਹੜਾ ਲੜਦਾ ਮਨ ਦੇ ਨਾਲ ਜੀ। ਸੰਤ ਪਿਆਰੇ ਗੁਰਮੁਖ ਪਿਆਰੇ ਐਸੇ ਗੁਰੂ ਦੇ ਹਨ ਉਹ ਲਾਲ ਜੀ। ਹਰ ਪਲ ਰਹਿੰਦੇ ਉਸ ਦੀ ਯਾਦ 'ਚ ਨਾਮ ਉਹਨਾਂ ਦਾ ਹਰਪਾਲ ਜੀ। ਕਹਿੰਦੇ ਅੰਦਰੋਂ ਵਿਹਲੇ ਹੋ ਜਾਓ ਫੇਰ ਵੇਖੋ ਕਰਤੇ ਦਾ ਕਮਾਲ ਜੀ। ਜਿਹੜਾ ਯਾਦ ਉਹਦੇ 'ਚ ਜੁੜਦਾ ਉਹਦੇ ਚਿਹਰੇ 'ਤੇ ਆਵੇ ਜਲਾਲ ਜੀ। ਬਰਜਿੰਦਰ ਸਿੰਘ ਕਰੇ ਬੇਨਤੀ ਤਰਸ ਕਰਕੇ ਤੱਕੋ ਮੇਰਾ ਹਾਲ ਜੀ। ਮਿਹਰ ਭਰੀ ਦ੍ਰਿਸ਼ਟੀ ਕਰਕੇ ਜੋੜ ਦਿਓ ਮਾਲਕ ਦੇ ਨਾਲ ਜੀ। ਕਵਿਤਾ ਦੀ ਤਰ੍ਹਾਂ ਬਹੁਤ ਸੁੰਦਰ ਹੈ ਪਰ ਇਹਦੇ ਵਿੱਚ ਕੁਛ ਕੁ ਭੁੱਲਾਂ ਹਨ। ਉਹ ਖਿਆਲ ਵਿੱਚ ਲਿਆਉਣੀਆਂ ਬਹੁਤ ਜ਼ਰੂਰੀ ਹਨ ਤਾਂ ਕਿ ਅੱਗੇ ਵੀ ਇਹ ਪੜ੍ਹਨ ਸੁਣਨ ਵਾਲੇ ਭੁੱਲਾਂ ਨਾ ਕਰਨ। ਕੋਈ ਵਿਰਲਾ ਹੀ ਹੈ ਬਚਦਾ ਜੋ ਕਰਦਾ ਹੈ ਆਪਣੀ ਸੰਭਾਲ ਜੀ। ਇੱਕ ਐਸਾ ਯੋਧਾ ਮੈਂ ਵੇਖਿਆ ਜਿਹੜਾ ਲੜਦਾ ਮਨ ਦੇ ਨਾਲ ਜੀ। ਨਹੀਂ, ਉਹ ਯੋਧਾ ਨਹੀਂ ਹੈ ਜਿਹੜਾ ਮਨ ਦੇ ਨਾਲ ਲੜਦਾ ਹੈ। ਇਹ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ। ਮਨ ਦੇ ਨਾਲ ਲੜਨਾ ਨਹੀਂ ਹੈ। ਜਦੋਂ ਕਿਹਾ ਜਾਂਦਾ ਹੈ ਨਾ ਵੀ ਇਹ ਯੋਧੇ ਦਾ ਕੰਮ ਹੈ, ਇਹ ਸੂਰਮੇ ਦਾ ਕੰਮ ਹੈ ਮਨ ਨੂੰ ਜਿੱਤਣਾ ਜਾਂ ਮਨ ਤੋਂ ਪਾਰ ਜਾਣਾ। ਇਹਦਾ ਭਾਵ ਇਹ ਨਹੀਂ ਹੈ ਵੀ ਮਨ ਦੇ ਨਾਲ ਲੜਨਾ ਹੈ। ਇਹੋ ਹੀ ਤੇ ਧਾਰਮਿਕ ਲੋਕ ਵਾਰ-ਵਾਰ ਕਹਿੰਦੇ ਹਨ ਤੇ ਉਹੋ ਹੀ ਗੱਲਾਂ ਤੁਹਾਡੇ ਸਾਰਿਆਂ ਦੇ ਅੰਦਰ ਗਹਿਰਾਈ ਦੇ ਤਲ 'ਤੇ ਬੈਠ ਜਾਂਦੀਆਂ ਹਨ। ਤੁਸੀਂ ਸੋਚਦੇ ਹੋ ਵੀ ਲੜਨਾ ਹੈ ਮਨ, ਤੇ ਧਾਰਮਿਕ ਲੋਕ ਲੜਨਾ ਹੀ ਸਿਖਾ ਰਹੇ ਹਨ। ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਖਾਣਾ, ਆਹ ਖਾਣਾ, ਆਹ ਕੰਮ ਨਹੀਂ ਕਰਨੇ, ਆਹ ਕਰਨੇ। ਇਹੋ ਹੀ ਤੇ ਸਾਰੇ ਧਰਮਾਂ ਦਾ ਰੌਲਾ ਹੈ ਨਾ। ਤੇ ਮਨ ਪੁੱਠੇ ਕੰਮਾਂ ਨੂੰ ਜ਼ਿਆਦਾ ਕਰਨ ਨੂੰ ਕਹਿੰਦਾ ਹੈ ਤੇ ਧਾਰਮਿਕ ਲੋਕ ਕਹਿੰਦੇ ਨਹੀਂ, ਰੋਕ ਕੇ ਰੱਖਣਾ ਇਹਨੂੰ। ਕੋਈ ਕੰਮ ਨਹੀਂ ਗਲਤ ਕਰਨਾ ਹੈ, ਰੋਕਣਾ ਹੈ, ਪਰ ਜਿੰਨਾ ਰੋਕੋ ਓਨਾ ਜ਼ਿਆਦਾ ਜਾਂਦਾ ਹੈ ਮਨ। ਇੱਕ ਵਿਚਾਰ ਨੂੰ ਵੀ ਰੋਕਣਾ ਬਹੁਤ ਔਖਾ ਹੈ। ਅਗਰ ਕੋਈ ਗਲਤ ਵਿਚਾਰ ਆ ਰਿਹਾ ਹੋਵੇ ਨਾ ਤੁਹਾਡੇ ਅੰਦਰ ਚੱਲ ਰਿਹਾ ਹੋਵੇ, ਅਗਰ ਤੁਸੀਂ ਉਹਨੂੰ ਰੋਕਣਾ ਚਾਹੋ ਤੁਸੀਂ ਰੋਕ ਨਹੀਂ ਸਕਦੇ। ਜਿਹੜੇ ਧਿਆਨ ਕਰਦੇ ਹਨ, ਸਾਧਨਾ ਕਰਦੇ ਹਨ, ਉਹਨਾਂ ਨੂੰ ਪਤਾ ਹੈ ਵੀ ਇੱਕ ਵਿਚਾਰ ਵੀ ਨਹੀਂ ਰੁਕਦਾ ਹੈ ਤੇ ਤੁਸੀਂ ਮਨ ਨੂੰ ਕਿਵੇਂ ਜਿੱਤੋਗੇ। ਤੇ ਮਨ ਦੇ ਨਾਲ ਕੋਈ ਯੁੱਧ ਥੋੜ੍ਹੀ ਕਰਨਾ ਹੈ, ਲੜਨਾ ਥੋੜ੍ਹੀ।
ਪਹਿਲਾਂ ਤਾਂ ਇਹ ਦੇਖ ਲਓ ਵੀ ਜਿਹਦੇ ਨਾਲ ਤੁਸੀਂ ਲੜ ਰਹੇ ਹੋ ਉਹ ਲੜਨ ਯੋਗ ਵੀ ਹੈ ਕਿ ਨਹੀਂ। ਇਹ ਤਾਂ ਇਉਂ ਹੀ ਹੋਇਆ ਜਿਵੇਂ ਕੋਈ ਆਪਣੇ ਨੌਕਰ ਦੇ ਨਾਲ ਲੜਦਾ ਹੋਵੇ, ਕੋਈ ਚੌਕੀਦਾਰ ਦੇ ਨਾਲ ਲੜ ਰਿਹਾ, ਪਹਿਰੇਦਾਰ ਦੇ ਨਾਲ। ਲੜਨਾ ਕਿਉਂ? ਨੌਕਰ ਤੁਸੀਂ ਮਾਲਕ ਹੋ, ਤੇ ਮਾਲਕ ਆਪਣੇ ਨੌਕਰ ਨਾਲ ਲੜੇ, ਚੌਕੀਦਾਰ ਨਾਲ ਲੜੇ। ਹਾਂ, ਚੌਕੀਦਾਰ ਹੌਲੀ ਹੌਲੀ ਮਾਲਕ ਬਣ ਬੈਠੇ ਤੇ ਫੇਰ ਔਖਾ ਹੈ। ਹਾਂ, ਮਾਲਕ ਘਰ ਹੀ ਨਾ ਹੋਵੇ ਤੇ ਚੌਕੀਦਾਰ ਨੂੰ ਘਰ ਸੰਭਾਲ ਕੇ ਆਪ ਬਾਹਰ ਤੁਰਿਆ ਫਿਰੇ ਤੇ ਚੌਕੀਦਾਰ ਹੌਲੀ 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 ਘਰ 'ਤੇ ਕਬਜ਼ਾ ਕਰ ਲੈਂਦੇ ਆ, ਫਿਰ ਮਾਲਕ ਨੂੰ ਵੜਨ ਹੀ ਨਹੀਂ ਦਿੰਦੇ, ਕਿਉਂਕਿ ਚੌਕੀਦਾਰ ਮਾਲਕ ਬਣ ਗਿਆ ਨਾ। ਉਹ ਹਾਲ ਹੈ। ਜਿਹੜਾ ਚੌਕੀਦਾਰ ਸੀ ਉਹ ਮਾਲਕ ਬਣ ਗਿਆ, ਤੇ ਮਾਲਕ ਹੱਥ ਜੋੜ ਰਿਹਾ ਹੈ ਵੀ ਮੇਰਾ ਘਰ ਖਾਲੀ ਕਰੋ। ਨਹੀਂ, ਤੁਸੀਂ ਹਿੰਮਤ ਰੱਖੋ, ਤੁਸੀਂ ਮਾਲਕ ਹੋ। ਉਹ ਨੌਕਰ ਦਾ ਨੌਕਰ ਹੀ ਹੈ, ਚੌਕੀਦਾਰ ਚੌਕੀਦਾਰ ਹੀ ਹੈ। ਜਦੋਂ ਤੁਸੀਂ ਚਾਹੋ ਉਹਨੂੰ ਬਾਹੋਂ ਫੜ ਕੇ ਬਾਹਰ ਕੱਢ ਸਕਦੇ ਹੋ, ਚੱਲ ਬਈ ਮੇਰੇ ਘਰ ਤੋਂ ਬਾਹਰ, ਘਰ ਖਾਲੀ ਕਰ, ਘਰ ਮੇਰਾ, ਆਪਣਾ ਆਪਣਾ ਹੈ ਘਰ। ਤੇ ਤੁਸੀਂ ਮਾਲਕ ਹੋ, ਤੇ ਲੜਨਾ ਥੋੜ੍ਹੀ ਹੈ ਮਨ ਦੇ ਨਾਲ। ਇਵੇਂ ਹੀ ਤੇ ਧਾਰਮਿਕ ਲੋਕ ਕਰ ਰਹੇ ਹਨ। ਫਿਰ ਮਨ ਦੇ ਨਾਲ ਲੜਦਾ ਕੌਣ ਹੈ? ਮਨ ਹੀ ਮਨ ਦੇ ਨਾਲ ਲੜਦਾ ਹੈ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਦੇ ਦੋ ਹਿੱਸੇ ਹੋ ਜਾਂਦੇ ਹਨ, ਇੱਕ ਚੰਗਾ ਤੇ ਇੱਕ ਮਾੜਾ। ਤੇ ਇਹਨਾਂ ਦੋਵਾਂ ਨੂੰ ਲੜਾਓਗੇ ਤੇ ਜਿੱਤੂਗਾ ਕੌਣ? ਜ਼ਿਆਦਾ ਸੰਭਾਵਨਾ ਇਹੋ ਹੀ ਹੈ ਵੀ ਮਾੜਾ ਜਿੱਤੂ। ਇਵੇਂ ਹੀ ਤੁਸੀਂ ਮਨ ਨੂੰ ਪਾਵਰਫੁਲ ਬਣਾ ਲੈਂਦੇ ਹੋ। ਫਿਰ ਮਾੜਾ ਜਿੱਤਦਾ ਹੈ, ਤੁਸੀਂ ਹਾਰਦੇ ਹੋ, ਫਿਰ ਵਾਰ-ਵਾਰ ਹਾਰਦੇ ਹੋ। ਤੁਹਾਨੂੰ ਲੱਗਦਾ ਹੈ ਵੀ ਮਨ ਬੜਾ ਪਾਵਰਫੁਲ ਹੈ। ਜਿਵੇਂ ਦੋਵਾਂ ਹੱਥਾਂ ਨੂੰ ਲੜਾਓ ਤੇ ਕੌਣ ਜਿੱਤੂਗਾ? ਤੁਹਾਡੀ ਸ਼ਕਤੀ ਜਾ ਰਹੀ ਹੈ ਨਾ। ਇਵੇਂ ਹੀ ਮਨ ਹੈ, ਤੇ ਮਨ ਦੇ ਨਾਲ ਲੜਨਾ ਥੋੜ੍ਹੀ, ਵਿਚਾਰ ਹੀ ਹਨ, ਖਿਆਲ ਹੀ ਹੈ ਤੁਹਾਡਾ। ਇਸ ਕਰਕੇ ਇਹਨੂੰ ਭਰਮ ਕਹਿੰਦੇ। ਅਗਿਆਨਤਾ ਹੈ। ਮਨ ਹਨੇਰੇ ਦੀ ਤਰ੍ਹਾਂ ਹੈ, ਜਿਵੇਂ ਕਮਰੇ ਦੇ ਵਿੱਚ ਹਨੇਰਾ ਭਰਿਆ ਹੋਵੇ। ਹੁਣ ਤੁਸੀਂ ਕਹੋ ਵੀ ਇਹਦੇ ਨਾਲ ਲੜਨਾ ਹੈ, ਲੜ ਕੇ ਇਹਨੂੰ ਬਾਹਰ ਕਰਨਾ, ਕਿਵੇਂ ਕਰੋਗੇ? ਡਾਂਗਾਂ ਲੈ ਆਓ, ਤਲਵਾਰਾਂ ਲੈ ਆਓ, ਜੋ ਮਰਜ਼ੀ ਕਰੀ ਜਾਓ, ਇਹ ਬਾਹਰ ਨਹੀਂ ਨਿਕਲਦਾ, ਕਿਉਂਕਿ ਇਹ ਹੈ ਨਹੀਂ। ਇਸੇ ਕਰਕੇ ਤੇ ਕਹਿੰਦੇ ਹਨ ਜਾਗਰਤ ਪੁਰਸ਼ ਵੀ ਤੁਸੀਂ ਇਹਦੇ ਨਾਲ ਲੜੋ ਨਾ। ਸਿਆਣਪ ਇਸੇ ਵਿੱਚ ਹੀ ਹੈ ਵੀ ਉੱਥੇ ਲਿਆਣ ਕੇ ਇੱਕ ਦੀਵਾ ਜਗਾ ਦਿਓ, ਦੀਵਾ ਬਲੇ ਹਨੇਰਾ ਜਾਏ। ਬਸ ਕਿੱਥੇ ਗਾਇਬ ਹੋ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਭਾਵੇਂ ਕਿੰਨਾ ਵੀ ਪੁਰਾਣਾ ਹਨੇਰਾ ਹੋਵੇ, ਲੱਭਦਾ ਹੈ ਕਿਤੇ, ਗਾਇਬ ਹੋ ਜਾਂਦਾ। ਗਿਆਨ ਰੂਪੀ ਪ੍ਰਕਾਸ਼ ਹੋਇਆ ਨਹੀਂ ਤੇ ਅਗਿਆਨਤਾ ਦਾ ਨਾਸ਼ ਹੋ ਜਾਂਦਾ। ਅਗਿਆਨਤਾ ਕਿਆ ਹੈ? ਇਹਨੂੰ ਅਵਿਦਿਆ ਕਿਆ ਹੈ। ਤੇ ਪੁਰਾਣੇ ਜਿਹੜੇ ਸ਼ਾਸਤਰ ਹਨ ਉਹਨਾਂ ਦੇ ਵਿੱਚ ਇਹਨੂੰ ਭਰਮ ਕਿਹਾ ਹੈ। ਭਰਮ ਹੈ ਤੁਹਾਡਾ, ਹੈ ਥੋੜ੍ਹੀ। ਜਿਵੇਂ ਆਹ ਥੱਲੇ ਸਿੱਧੂ ਸਾਹਿਬ ਕਹਿ ਰਹੇ ਹਨ, ਬਹੁਤ ਔਖਾ ਹੈ ਜੀ ਮਨ ਨੂੰ ਜਿੱਤਣਾ। ਇਹਨਾਂ ਨੇ ਇਉਂ ਹੀ ਸਮਝ ਲਿਆ ਜਿਵੇਂ ਰੱਸੀ ਰਾਤ ਨੂੰ ਹਨੇਰੇ ਦੇ ਵਿੱਚ ਪਈ ਹੁੰਦੀ ਹੈ ਨਾ, ਤੇ ਉਹਨੂੰ ਕੋਈ ਸੱਪ ਸਮਝ ਲਵੇ। ਤੇ ਜਦੋਂ ਇੱਕ ਵਾਰ ਸਮਝ ਲਿਆ, ਖਿਆਲ ਵਿੱਚ ਆ ਗਿਆ ਵੀ ਸਾਹਮਣੇ ਸੱਪ ਹੈ, ਫਿਰ ਆਦਮੀ ਡਰਦਾ ਹੈ,
ਫਿਰ ਡਰਦਾ ਹੈ ਅਤੇ ਇੰਤਜ਼ਾਮ ਕਰਦਾ ਵੀ ਲਿਆਵਾਂ ਡਾਂਗਾਂ ਇਹਨੂੰ ਮਾਰੀ। ਇਹ ਬੜਾ ਪਾਵਰਫੁੱਲ ਹੈ ਸੱਪ। ਸੱਪ ਉੱਥੇ ਹੈ ਨਹੀਂ, ਮਾਰਨਾ ਕਿਹਨੂੰ ਹੈ ਤੁਸੀਂ? ਰੱਸੀ ਹੈ ਉੱਥੇ, ਸੱਪ ਥੋੜ੍ਹੀ। ਭਰਮ ਹੈ ਤੁਹਾਡਾ ਖਿਆਲ ਹੈ, ਖਿਆਲ ਕਰਕੇ ਤੁਸੀਂ ਬਾਹਰ ਜਾ ਰਹੇ ਹੈ ਥੋੜ੍ਹੀ। ਅਗਰ ਤੁਸੀਂ ਮਾਰਨ ਲੱਗ ਜਾਓ ਉੱਥੇ, ਤੇ ਬਹੁਤ ਧਾਰਮਿਕ ਲੋਕ ਇਉਂ ਕਰ ਵੀ ਰਹੇ ਹਨ, ਜਿਹੜੀ ਚੀਜ਼ ਹੈ ਨਹੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਨਹੀਂ, ਮਾਰਨਾ ਨਹੀਂ ਹੈ। ਜਦੋਂ ਕਿਹਾ ਜਾਂਦਾ ਹੈ ਨਾ ਮਨ ਮਾਰੇ ਧਾਤ ਮਰ ਜਾਏ, ਮਨ ਮਰਨ ਦਾ ਭਾਵ ਹੁੰਦਾ ਹੈ ਉਧਰੋਂ ਖਿਆਲ ਹਟ ਗਿਆ। ਹੁਣ ਖਿਆਲ ਹੀ ਨਹੀਂ ਕਰ ਰਹੇ, ਖਿਆਲ ਨਹੀਂ ਕਰ ਰਹੇ ਤਾਂ ਮਨ ਕਿੱਥੇ ਹੈ? ਜਿਵੇਂ ਰਾਤ ਨੂੰ ਤੁਸੀਂ ਸੌਂਦੇ ਹੋ ਗਹਿਰੀ ਨੀਂਦ ਦੇ ਵਿੱਚ, ਉਦੋਂ ਮਨ ਕਿੱਥੇ ਹੁੰਦਾ ਹੈ? ਸੁਪਨੇ ਦੇ ਵਿੱਚ ਤੇ ਚਲੋ ਸੁਪਨਾ ਦੇਖਦਾ ਹੈ ਮਨ, ਗਹਿਰੀ ਨੀਂਦ ਦੇ ਵਿੱਚ ਕਿੱਥੇ ਹੁੰਦਾ ਹੈ ਮਨ? ਉਦੋਂ ਕਿਵੇਂ ਮਰ ਜਾਂਦਾ ਹੈ? ਕਿਹੜੀ ਸੂਰਮਤਾਈ ਤੁਸੀਂ ਕਰਦੇ ਹੋ? ਆਪਣੇ ਆਪ ਹੀ ਲੀਨ ਹੋ ਜਾਂਦਾ। ਇਵੇਂ ਹੀ ਮਨ ਦੀ ਆਪਣੇ ਆਪ ਦੇ ਵਿੱਚ ਕੋਈ ਹੋਂਦ ਥੋੜ੍ਹੀ ਹੈ। ਤੁਸੀਂ ਉਹਨੂੰ ਪਾਵਰਫੁੱਲ ਕਹਿ ਕੇ ਉਹਨੂੰ ਸਗੋਂ ਜ਼ਿਆਦਾ ਤਕੜਾ ਸਮਝ ਰਹੇ ਹੋ ਵੀ ਮਨ ਨਹੀਂ ਮਰ ਸਕਦਾ, ਮਨ ਨੂੰ ਤੇ ਕੋਈ ਵਿਰਲਾ ਹੀ ਜਿੱਤ ਸਕਦਾ, ਕੋਈ ਸੂਰਮਾ ਹੈ। ਮਨ ਬਹੁਤ ਤਕੜਾ ਹੈ, ਤਾਂ ਓਨਾ ਹੀ ਉਹ ਤਕੜਾ ਹੁੰਦਾ ਜਾਂਦਾ ਹੈ ਤੇ ਤੁਹਾਡੇ 'ਤੇ ਹਾਵੀ ਹੁੰਦਾ ਜਾਂਦਾ। ਜਿਵੇਂ ਜਾਨਵਰ ਲੜਦੇ ਨਹੀਂ ਹੁੰਦੇ, ਆ ਕੁੱਤੇ ਲੜਦੇ, ਇੱਕ ਮਾੜਾ ਜਿਹਾ ਪਿੱਛੇ ਨੂੰ ਹਟਿਆ ਤੇ ਦੂਸਰਾ ਉੱਤੇ ਚੜ੍ਹ ਜਾਂਦਾ ਹੈ। ਇਵੇਂ ਹੀ ਆਦਮੀ ਦਾ ਹਾਲ ਹੈ, ਇੱਕ ਕਮਜ਼ੋਰ ਹੈ, ਮਾੜਾ ਜਿਹਾ ਪਿੱਛੇ ਨੂੰ ਹਟਿਆ ਤੇ ਦੂਸਰਾ ਉੱਤੇ ਹੋ ਜਾਂਦਾ, ਪਾਵਰਫੁੱਲ ਹੋ ਜਾਂਦਾ। ਇੱਦਾਂ ਹੀ ਤੁਸੀਂ ਆਪਣੇ ਮਨ ਨੂੰ ਜ਼ਿਆਦਾ ਮਜ਼ਬੂਤ ਬਣਾਉਂਦੇ ਹੋ। ਨਹੀਂ, ਮਨ ਹੈ ਹੀ ਨਹੀਂ, ਮਨ ਨਾਲ ਲੜਨਾ ਨਹੀਂ, ਬਸ ਮਨ ਦੇ ਰਾਮ ਲੀਆ ਹੈ ਮੂਲ। ਹੁਣ ਜਿਵੇਂ ਪੰਜਾਂ ਪਿਆਰਿਆਂ ਨੇ ਮਨ ਸਮਰਪਿਤ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਲੜੇ ਥੋੜ੍ਹੀ ਸੀ, ਬਸ ਲੜਨ ਦੀ ਲੋੜ ਹੀ ਨਹੀਂ। ਜਿਸ ਕੀ ਵਸਤਿ ਸਾਗੇ ਰਾਖੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆ। ਜੇ ਆਪਣੇ ਵੱਸ 'ਚ ਨਾ ਆਵੇ, ਔਖਾ ਲੱਗੇ ਲੜਨਾ, ਬੜਾ ਔਖਾ ਲੱਗੇ ਇਹਦੇ ਤੋਂ ਪਾਰ ਜਾਣਾ, ਤੇ ਸਮਰਪਿਤ ਕਰ। ਇਹ ਸਾਰਿਆਂ ਨੂੰ ਵੱਡੀ ਸੂਰਮਤਾਈ ਹੈ। ਅਜੇ ਮਨ ਨੂੰ ਲੜਨ ਵਾਲੇ ਦੀ ਘੱਟ ਸੂਰਮਤਾਈ ਹੈ, ਪਰ ਮਨ ਨੂੰ ਸਮਰਪਿਤ ਕਰਨਾ ਸੂਰਮਤਾਈ। ਜਦੋਂ ਮੈਂ ਕਹਿੰਦਾ ਵੀ ਸੂਰਮੇ ਦਾ ਕੰਮ ਹੈ, ਇਹਦਾ ਭਾਵ ਹੈ ਵੀ ਬਾਹਰੋਂ ਧਿਆਨ ਹਟਾਉਣਾ ਸੂਰਮਿਆਂ ਦਾ ਕੰਮ ਹੈ, ਖਿਆਲ ਨੂੰ ਹਟਾਉਣਾ, ਸਮਰਪਿਤ ਕਰਨਾ ਸੂਰਮੇ ਦਾ ਕੰਮ। ਤੇ ਮਨ ਦੇ ਨਾਲ ਲੜਨਾ ਨਹੀਂ ਹੈ। ਲੜ ਕੇ ਇਹਦੇ ਤੋਂ ਕੋਈ ਨਹੀਂ ਜਿੱਤ ਸਕਦਾ, ਕਿਉਂਕਿ ਇਹ ਹੈ ਨਹੀਂ। ਅੱਗੇ ਲਿਖਦੇ ਹਨ ਸੰਤ ਪਿਆਰੇ ਗੁਰਮੁਖ ਪਿਆਰੇ, ਐਸੇ ਗੁਰੂ ਦੇ ਹਨ ਉਹ ਲਾਲ ਜੀ, ਹਰ ਪਲ ਰਹਿੰਦੇ ਉਹਦੀ ਯਾਦ 'ਚ, ਨਾਮ ਉਹਨਾਂ ਦਾ ਹਰਪਾਲ ਜੀ। ਨਹੀਂ, ਯਾਦ ਆਪਾਂ ਦੂਸਰੇ ਦੀ ਕਰਦੇ ਹਾਂ, ਸੰਸਾਰ ਦੀ ਯਾਦ ਹੁੰਦੀ ਹੈ, ਸੰਸਾਰ ਜੁਦਾ ਹੈ ਤੁਹਾਡੇ ਤੋਂ, ਦੂਸਰਾ ਹੈ ਨਾ, ਅਲੱਗਾ ਹੈ। ਪਰਮਾਤਮਾ ਤਾਂ ਤੁਹਾਡਾ ਆਪਣਾ ਸਰੂਪ ਹੈ, ਉਹਨੂੰ ਯਾਦ ਕਰਨ ਦੀ ਥੋੜ੍ਹੀ ਲੋੜ ਹੈ। ਹੁਣ ਬਾਹਰ ਹੁੰਦੇ ਹੋ ਜਦੋਂ ਤੁਸੀਂ ਘਰ ਤੋਂ, ਤੇ ਘਰ ਨੂੰ ਯਾਦ ਕਰਦੇ ਹੋ, ਜਦੋਂ ਘਰ ਪਹੁੰਚ ਜਾਂਦੇ ਹੋ, ਘਰ ਦੇ ਵਿੱਚ ਬੈਠ ਕੇ ਯਾਦ ਥੋੜ੍ਹੀ ਕਰਦੇ, ਘਰ ਪਹੁੰਚ ਹੀ ਗਏ ਫਿਰ ਯਾਦ ਕਿਉਂ ਕਰਨਾ?
अपना घर है, क्यों याद करी। नाम उन्हां दा हरपाल जी, नाम भी सिर्फ रखिया होया, नाम तो किसी का भी नहीं है कोई, तुहाडे भी रखे ही होए। कहंदे अंदरों वेले हो जावो, फिर वेखो करते दा कमाल जी। हाँ, मैं तुहानू कहना अंदरों वेले हो जाओ, पर मैं तो बाहरों भी वेला ही हाँ, कदी कुछ कीता ही नहीं। ਜਿਹੜਾ याद ਉਹਦੇ 'ਚ जुड़दा, ਉਹਦੇ चेहरे ते आवे जलाल जी। बरजिंदर सिंह करे बेनती, तरस करके तको मेरा हाल जी। मेहर भरी दृष्टि करके जोड़ दिओ मालक दे नाल जी। मेहर भरी दृष्टि ਉਹਦੀ है सारियां ते, मेहर भरी दृष्टि है, तदे ही ਤੁਹਾਨੂੰ ਐਸੀਆਂ ਪੰਕਤੀਆਂ ਉਤਰ ਰਹੀਆਂ। ਤੁਸੀਂ ਕਵੀ ਬਣ ਗਏ ਹੋ, ਇਹ ਮਿਹਰ ਘੱਟ ਹੋਇਆ ਕਿਤੇ, ਬੜੀ ਕਿਰਪਾ। ਤੇ ਮਿਹਰ ਤੇ ਉਹਦੀ ਹੈ ਹੀ, ਤਾਂ ਹੀ ਤੁਹਾਨੂੰ ਐਸੇ ਖਿਆਲ ਪੈਦਾ ਹੋ ਰਹੇ ਹਨ, नहीं तो आम करके ऐसे ख्याल किसी नूं नहीं आउंदे हन, जैसे ख्याल तुहानूं आ रहे हैं। ਉਹਦੀ मेहर है, ਉਹਦੀ बख्शिश है, ਉਹਦੀ किरपा है। ਆਪਾਂ ਸਾਰੇ ਉਹਦੀ मेहर ਦੀ निगाह ਦੇ थल्ले, ਤੇ ਤਰਸ ਕਰਕੇ ਉਹ ਸਾਰਿਆਂ ਤੇ ਬਖਸ਼ਿਸ਼ ਕਰ ਰਿਹਾ ਹੈ। ਤੇ ਅਗਰ ਐਸੀ ਭਾਵਨਾ ਹੈ ਨਾ ਤੁਹਾਡੀ, ਤੇ ਤੁਸੀਂ ਜ਼ਰੂਰ ਮਾਲਕ ਦੇ ਨਾਲ ਜੁੜੋਗੇ। ਤੁਸੀਂ ਮਾਲਕ ਹੋ, ਨੌਕਰ ਦੇ ਨਾਲ ਜੁੜ ਗਏ। ਤੇ ਮੈਂ ਕਹਿੰਦਾ ਨੌਕਰ ਦੇ ਨਾਲ ਜੁੜੋ ਨਾ, ਨਾ ਨੌਕਰ ਦੇ ਨਾਲ ਲੜੋ, ਨਾ ਨੌਕਰ ਦੇ ਨਾਲ ਜੁੜੋ। ਨੌਕਰ ਨੂੰ ਨੌਕਰ ਸਮਝੋ। ਜਦੋਂ ਕੰਮ ਲੈਣਾ ਹੈ ਉਦੋਂ ਕੰਮ ਲੈ ਲਓ ਮਨ ਤੋਂ, ਜਦੋਂ ਨਹੀਂ ਕੰਮ ਲੈਣਾ ਹੈ ਉਦੋਂ ਛੱਡ ਦੇ। ਉਦੋਂ ਕਹੋ ਵੀ ਮੇਰਾ ਦਿਲ ਨਹੀਂ ਹੈ, ਜਦੋਂ ਕੰਮ ਦੀ ਲੋੜ ਹੋ ਫਿਰ ਤੈਨੂੰ ਸੱਦ ਲਵਾਂਗੇ। ਇੱਦਾਂ ਹੀ ਹੈ ਨਾ। ਤੇ ਮਾਲਕ ਦੀ ਤਰ੍ਹਾਂ ਤੁਸੀਂ ਜੀਓ, ਤੇ ਬਾਕੀ ਸਾਰੀਆਂ ਇੰਦਰੀਆਂ ਜਿਹੜੀਆਂ ਹਨ ਉਹ ਤੁਹਾਡੇ ਅਧੀਨ ਹੋਣ। ਅਗਰ ਦੇਖਣਾ ਚਾਹੋ ਤੁਸੀਂ ਦੇਖੋ, ਸੁਣਨਾ ਚਾਹੋ ਸੁਣੋ, ਜਾਣਾ ਚਾਹੋ ਕਿਤੇ ਜਾਓ, ਤੁਹਾਡੀ ਆਪਣੀ ਮਾਲਕੀਅਤ ਹੋਣੀ ਚਾਹੀਦੀ। ਤੁਸੀਂ ਮਾਲਕ ਹੋ, ਤੁਹਾਡੇ ਅੰਦਰ ਮਾਲਕ ਬੈਠਾ ਹੋਇਆ ਹੈ, ਪਰ ਤੁਸੀਂ ਇੰਦਰੀਆਂ ਦੇ ਪਿੱਛੇ ਬਾਹਰ ਜਾਂਦੇ ਹੋ, ਮਨ ਦੇ ਪਿੱਛੇ ਤੁਸੀਂ ਬਾਹਰ ਕਿੱਥੇ ਕਿੱਥੇ ਭਟਕਦੇ ਹੋ। ਤੇ ਫਿਰ ਇੰਦਰੀਆਂ ਦੀ ਵਾਸ਼ਨਾ ਪੂਰੀ ਕਰਨ ਵਾਸਤੇ ਫਿਰ ਸੰਸਾਰ ਦੇ ਵਿੱਚ ਚੱਲਦੇ ਹੋ। ਵਾਸ਼ਨਾ ਤੁਹਾਡੀ ਹੈ, ਤੁਸੀਂ ਫਿਰ ਲੜਦੇ ਹੋ ਵਾਸ਼ਨਾ ਦੇ ਨਾਲ। ਮਨ ਦੇ ਨਾਲ ਕਿਵੇਂ ਲੜ ਰਿਹਾ ਹੈ ਆਦਮੀ? ਵਾਸ਼ਨਾਵਾਂ ਦੇ ਨਾਲ ਲੜਦਾ ਹੈ ਨਾ। ਕੋਈ ਕਾਮ ਵਾਸ਼ਨਾ ਪੈਦਾ ਹੋਊਗੀ, ਕਿਸੇ ਇਸਤਰੀ ਨੂੰ ਦੇਖ ਲਿਆ ਅੱਖਾਂ ਦੇ ਨਾਲ, ਤੇ ਹੁਣ ਇਹ ਵਾਸ਼ਨਾ ਨੂੰ ਹਟਾਉਣਾ ਹੈ, ਫਿਰ ਤੁਸੀਂ ਲੜਦੇ ਹੋ। ਇਹੋ ਹੀ ਹੈ, ਖਿਆਲ ਹੀ ਹੈ ਤੁਹਾਡਾ। ਤੇ ਖਿਆਲ ਦੇ ਨਾਲ ਲੜ ਕੇ ਕਿਵੇਂ ਹਟਾਓਗੇ ਤੁਸੀਂ? ਜ਼ਿਆਦਾ ਆਊਗਾ। ਲੜੋ ਨਾ, ਖਿਆਲ ਨੂੰ ਸਿਰਫ ਬਦਲੋ, ਬਾਹਰੋਂ ਖਿਆਲ ਨੂੰ ਆਪਣੇ ਵੱਲ ਕਰ ਲਓ। ਇਹੋ ਮੈਂ ਕਹਿੰਦਾ ਨਾ, ਖਿਆਲ ਬਾਹਰ ਦਾ ਨਾ ਕਰੋ, ਆਪਣੇ ਅੰਦਰ ਦਾ ਖਿਆਲ ਕਰੋ।
ਜਿਵੇਂ ਆਮ ਕਰਕੇ ਮਾਈਆਂ ਕਹਿੰਦੀਆਂ ਹਨ ਨਾ ਬੱਚਿਆਂ ਨੂੰ, ਤੂੰ ਇੱਧਰ ਉੱਧਰ ਦਾ ਖਿਆਲ ਨਾ ਕਰਿਆ ਕਰ, ਆਪਣੇ ਘਰ ਦਾ ਖਿਆਲ ਰੱਖਿਆ ਕਰ। ਇੱਦਾਂ ਤੁਸੀਂ ਆਪਣੇ ਘਰ ਦਾ ਖਿਆਲ ਰੱਖੋ, ਇੱਧਰ ਉੱਧਰ ਕਾਹਨੂੰ ਭਟਕਦੇ। ਅਤੇ ਆਪਣੇ ਘਰ ਦਾ ਖਿਆਲ, ਆਪਣੇ ਅੰਦਰ ਦਾ ਖਿਆਲ। ਅਤੇ ਤੁਸੀਂ ਵੀ ਬੜੇ ਪਿਆਰੇ ਹੋ। ਤੁਸੀਂ ਤੇ ਕਹਿੰਦੇ ਹੋ ਨਾ ਵੀ ਹਰਪਾਲ ਪਿਆਰੇ ਹਨ। ਤੁਸੀਂ ਤੇ ਹੁਣ ਦੇਖਿਆ, ਪਰ ਮੈਂ ਪਹਿਲਾਂ ਤੋਂ ਤੁਹਾਨੂੰ ਦੇਖਿਆ ਹੈ। ਤੁਸੀਂ ਮੈਨੂੰ ਜਦੋਂ ਸੁਣ ਰਹੇ ਹੋ ਨਾ, ਤੇ ਸੁਣਦਾ ਹੀ ਉਹ ਹੈ ਜਿਹੜਾ ਪਿਆਰਾ ਹੈ। ਮੈਂ ਪਿਆਰਿਆਂ ਨੂੰ ਹੀ ਸੁਣਾ ਰਿਹਾ। ਇਹ ਜੋ ਮੈਂ ਕਹਿ ਰਿਹਾ ਹਾਂ ਨਾ, ਇਹ ਬਹੁਤ ਹੀ ਗਹਿਰੇ ਪ੍ਰੇਮ ਦੇ ਵਿੱਚ ਸੁਣਨ ਵਾਲੀ ਵਿਚਾਰ ਹੈ। ਜਿਵੇਂ ਕੋਈ ਪ੍ਰੇਮੀ ਬੈਠੇ ਹੁੰਦੇ ਹਨ ਨਾ, ਬਹੁਤ ਗਹਿਰੇ ਪ੍ਰੇਮ ਦੇ ਵਿੱਚ, ਹੌਲੀ ਹੌਲੀ ਗੁਫ਼ਤਗੂ ਹੁੰਦੀ ਹੈ, ਦਿਲ ਦੇ ਨਾਲ ਹੁੰਦੀ ਹੈ। ਇਵੇਂ ਇਹ ਪਿਆਰ ਦੀਆਂ ਗੱਲਾਂ ਹਨ, ਅਤੇ ਪਿਆਰ ਦੇ ਵਿੱਚ ਹੀ ਸਮਝ ਵਿੱਚ ਆਉਂਦੀਆਂ ਹਨ। ਅਤੇ ਮੈਂ ਓਪਰਿਆਂ ਨਾਲ ਨਹੀਂ ਬੋਲ ਰਿਹਾ, ਆਪਣਿਆਂ ਨਾਲ ਬੋਲ ਰਿਹਾ। ਅਤੇ ਗਹਿਰੇ ਪ੍ਰੇਮ ਦੇ ਵਿੱਚ ਹੀ ਇਹ ਸਮਝ ਵਿੱਚ ਆਉਂਦੀਆਂ ਹਨ। ਤਦੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਨਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਆ। ਪੰਜਾਂ ਪਿਆਰਿਆਂ ਨੇ ਪ੍ਰੇਮ ਕੀਤਾ ਸੀ, ਉਹਨਾਂ ਨੂੰ ਪਿਆਰੇ ਕਿਹਾ ਹੈ। ਦੇਖੋ, ਆਪਾਂ ਪੰਜਾਂ ਪਿਆਰਿਆਂ ਨੂੰ ਹੀ ਪਿਆਰੇ ਕਹਿਣਾ, ਹੋਰ ਕਿਸੇ ਸਿੱਖਾਂ ਨੂੰ ਪਿਆਰੇ ਨਹੀਂ ਕਹਿੰਦੇ, ਕਿਉਂਕਿ ਉਹ ਪਿਆਰੇ ਸੀ। ਗੁਰੂ ਦੇ ਪਿਆਰ ਦੇ ਵਿੱਚ ਸਿਰ ਵੀ ਅਰਪਣ ਕਰਨ ਨੂੰ ਤਿਆਰ ਹੋ ਗਏ। ਆ ਲਓ ਸਿਰ ਦੇ ਦਿੱਤਾ ਕਿ ਮਨ ਦੇ ਦਿੱਤਾ। ਹੁਣ ਤੁਸੀਂ ਕਹਿੰਦੇ ਮਨ ਦੇ ਨਾਲ ਲੜਨਾ ਹੈ, ਯੁੱਧ ਕਰਨਾ ਹੈ, ਹਾਰ ਗਾਂਗੇ, ਨਹੀਂ ਜਿੱਤ ਸਕਦੇ। ਮੈਂ ਕਹਿੰਦਾ ਮੈਨੂੰ ਦੇ ਦਿਓ, ਤੁਸੀਂ, ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਸਮਰਪਿਤ ਕਰ ਦਿਓ। ਮਨ ਦੇ ਰਾਮ ਲਈਆ ਹੈ ਮੋਲ, ਬਸ ਇੰਨਾ ਕੀ ਕੰਮ ਹੈ। ਜਿਵੇਂ ਪੰਜਾਂ ਪਿਆਰਿਆਂ ਨੇ ਦਿੱਤਾ ਸੀ, ਕੁਛ ਵੀ ਨਹੀਂ ਦਿੱਤਾ। ਮਨ ਕੀ ਹੈ, ਬਿਮਾਰੀਆਂ ਹਨ, ਬਿਮਾਰੀ ਦੇ ਦਿੱਤੀ ਸੋ ਸਵਾਸਥ ਮਿਲ ਜਾਂਦਾ।